हाँ जी ਬਾਈ ਸ਼ੇਅਰ ਅਤੇ ਸ਼ਾਇਰ ਤਾਂ ਤੁਸੀਂ ਬਥੇਰੇ ਦੇਖੇ ਹੋਣਗੇ, ਪਰ ਕੀ ਤੁਸੀਂ ਜਾਣਦੇ ਹੋ ਸ਼ੇਅਰ ਮਾਰਕੀਟ ਕੀ ਹੈ? ਸਟਾਕ ਐਕਸਚੇਂਜ, ਸੈਬੀ, ਆਈਪੀਓ, ਸੈਂਸੈਕਸ, ਨਿਫਟੀ ਆ ਸਭ ਕੀ ਨੇ? ਤੇ ਕੀ ਜੇ ਤੁਸੀਂ ਸ਼ੇਅਰ ਮਾਰਕੀਟ 'ਚ ਆਪਣਾ ਪੈਸਾ ਲਗਾਉਂਦੇ ਹੋ ਤਾਂ ਉਹ ਰਾਤੋਂ ਰਾਤ ਡਬਲ ਹੋ ਸਕਦਾ ਹੈ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਮਿਲੂਗਾ ਇਸ ਵੀਡੀਓ 'ਚ, ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਮੈਨੂੰ ਯਕੀਨ ਹੈ ਤੁਹਾਨੂੰ ਇਸ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੂਗਾ। ਤਾਂ ਬਾਈ ਬਿਲਕੁਲ ਹੀ ਸਿੰਪਲ ਜਿਹੇ ਐਗਜ਼ਾਮਪਲ ਤੋਂ ਸ਼ੁਰੂ ਕਰਦੇ ਹਾਂ। ਮੰਨ ਲਵੋ ਇੱਕ ਬੰਦਾ ਹੈ ਗੁਰਨਾਮ ਦੀ ਆਪਣੀ ਕੰਪਨੀ ਹੈ ਗੁਰਨਾਮ ਲਿਮਿਟਿਡ ਦੇ ਨਾਂ ਤੋਂ, ਤੇ ਇਸ ਵਿੱਚ ਸ਼ੁਰੂਆਤੀ ਪੈਸਾ ਉਸਨੇ ਆਪਣੇ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤਾਂ ਵਗੈਰਾ ਤੋਂ ਲੈ ਕੇ ਲਗਾਇਆ ਸੀ। ਹੁਣ ਗੁਰਨਾਮ ਇਸ ਕੰਪਨੀ ਨੂੰ ਹੋਰ ਅੱਗੇ ਵਧਾਉਣਾ ਚਾਹੁੰਦਾ ਹੈ, ਜਿਸ ਲਈ ਉਸਨੂੰ ਚਾਹੀਦਾ ਹੈ ਬਹੁਤ ਜ਼ਿਆਦਾ ਪੈਸਾ। ਤੇ ਹੁਣ ਗੁਰਨਾਮ ਦੇ ਕੋਲ ਦੋ ਆਪਸ਼ਨ ਸਨ, ਜਾਂ ਤਾਂ ਆਪਣੇ ਬੈਂਕ ਕੋਲ ਜਾ ਕੇ ਬੈਂਕ ਤੋਂ ਲੈ ਸਕਦਾ ਹੈ ਬਹੁਤ ਜ਼ਿਆਦਾ ਲੋਨ, ਪਰ ਗੁਰਨਾਮ ਸੋਚਦਾ ਕਿ ਜੇ ਉਹ ਬੈਂਕ ਤੋਂ ਲੋਨ ਲਵੇਗਾ ਤਾਂ ਉਸਨੂੰ ਉਸ ਲੋਨ ਤੇ ਦੇਣਾ ਪਵੇਗਾ ਬਹੁਤ ਜ਼ਿਆਦਾ ਇੰਟਰਸਟ ਯਾਨੀ ਵਿਆਜ। ਤੇ ਹੁਣ ਗੁਰਨਾਮ ਦੂਜੇ ਆਪਸ਼ਨ ਬਾਰੇ ਸੋਚਦਾ ਹੈ ਕਿ ਕਿਉਂ ਨਾ ਉਹ ਆਪਣੀ ਕੰਪਨੀ ਨੂੰ ਸਟਾਕ ਮਾਰਕੀਟ ਤੇ ਲਿਸਟ ਕਰਾ ਲਵੇ ਤੇ ਆਪਣੀ ਕੰਪਨੀ ਦੇ ਸ਼ੇਅਰ ਵੇਚ ਕੇ ਲੋਕਾਂ ਤੋਂ ਪੈਸਾ ਇਕੱਠਾ ਕਰ ਲਵੇ। ਤੇ ਇਸੇ ਨੂੰ ਕਹਿੰਦੇ ਹਨ ਆਈਪੀਓ। ਮਤਲਬ ਜਦ ਵੀ ਕੋਈ ਕੰਪਨੀ ਪਹਿਲੀ ਵਾਰ ਆਉਂਦੀ ਹੈ ਤੇ ਆਪਣੇ ਸ਼ੇਅਰ ਕੱਢਦੀ ਹੈ ਤੇ ਲੋਕਾਂ ਨੂੰ ਕਹਿੰਦੇ ਆ ਕਿ ਆਓ ਸਾਡੀ ਕੰਪਨੀ ਦੇ ਸ਼ੇਅਰ ਖਰੀਦੋ, ਉਸ ਨੂੰ ਅਸੀਂ ਕਹਿੰਦੇ ਹਨ ਆਈਪੀਓ ਯਾਨੀ ਇਨੀਸ਼ੀਅਲ ਪਬਲਿਕ ਆਫਰ, ਜਨਤਾ ਨੂੰ ਦਿੱਤਾ ਗਿਆ ਸਭ ਤੋਂ ਪਹਿਲਾ ਆਫਰ। ਤੇ ਇਸ ਨੂੰ ਅਸੀਂ ਅੱਗੇ ਇਸੇ ਐਗਜ਼ਾਮਪਲ ਨਾਲ ਸਮਝ ਸਕਦੇ ਹਾਂ। ਜਿਵੇਂ ਮੰਨ ਲਵੋ ਗੁਰਨਾਮ ਲਿਮਿਟਿਡ ਨੂੰ 50 ਲੱਖ ਰੁਪਏ ਦੀ ਲੋੜ ਹੈ, ਤੇ ਹੁਣ ਗੁਰਨਾਮ ਲਿਮਿਟਿਡ ਦੇ ਕੋਲ ਆਪਸ਼ਨ ਹੈ ਕਿ ਜਾਂ ਤਾਂ 100 ਰੁਪਏ ਇੱਕ ਸ਼ੇਅਰ ਦੇ ਹਿਸਾਬ ਨਾਲ ਉਹ 50,000 ਸ਼ੇਅਰ, ਜਾਂ ਫਿਰ 1000 ਰੁਪਏ ਪਰ ਸ਼ੇਅਰ ਦੇ ਹਿਸਾਬ ਨਾਲ ਉਹ 5000 ਸ਼ੇਅਰ ਕੱਢ ਸਕਦੀ ਹੈ ਤੇ ਉਸ ਨੂੰ ਲਿਸਟ ਕਰਵਾ ਸਕਦੀ ਹੈ ਸਟਾਕ ਮਾਰਕੀਟ ਤੇ। ਤੇ ਹੁਣ ਸਟਾਕ ਮਾਰਕੀਟ ਦੇ ਵਿੱਚ ਜਿੰਨੇ ਵੀ ਲੋਕਾਂ ਨੂੰ ਗੁਰਨਾਮ ਲਿਮਿਟਿਡ ਦੇ ਸ਼ੇਅਰਸ ਦੇ ਵਿੱਚ ਦਿਲਚਸਪੀ ਹੋਵੇਗੀ, ਉਹ 100 ਰੁਪਏ ਜਾਂ 1000 ਰੁਪਏ ਇੱਕ ਸ਼ੇਅਰ ਦੇ ਹਿਸਾਬ ਨਾਲ ਗੁਰਨਾਮ ਲਿਮਿਟਿਡ ਦੇ ਸ਼ੇਅਰ ਖਰੀਦ ਲੈਣਗੇ। ਤੇ ਇਸ ਤਰ੍ਹਾਂ ਘੁੰਮ ਫਿਰ ਕੇ ਗੁਰਨਾਮ ਲਿਮਿਟਿਡ ਦੇ ਕੋਲ ਆ ਜਾਵੇਗਾ ਕੁੱਲ 50 ਲੱਖ ਰੁਪਇਆ। ਤੇ ਹੁਣ ਇਸ ਪੈਸੇ ਨੂੰ ਗੁਰਨਾਮ ਲਿਮਿਟਿਡ ਲਗਾ ਸਕਦੀ ਹੈ ਆਪਣੀ ਕੰਪਨੀ ਦੇ ਵਿੱਚ, ਜਾਂ ਫਿਰ ਆਪਣੀਆਂ ਹੋਰ ਬ੍ਰਾਂਚਾਂ ਖੋਲ ਸਕਦੀ ਹੈ। ਤੇ ਸਭ ਤੋਂ ਵਧੀਆ ਗੱਲ ਉਸ ਲਈ ਆ ਹੈ ਕਿ ਇਸ ਪੈਸੇ ਨੂੰ ਹੁਣ ਉਸ ਨੂੰ ਮੋੜਨਾ ਨਹੀਂ ਹੈ। ਪਰ ਇੱਕ ਮਿੰਟ, ਹੁਣ ਜੇ ਤੁਸੀਂ ਸੋਚ ਰਹੇ ਹੋ ਕਿ ਆਹ ਤਾਂ ਬਹੁਤ ਵਧੀਆ ਹੈ ਕਿ ਜੇ ਸਾਨੂੰ ਪੈਸਾ ਚਾਹੀਦਾ ਹੈ ਤਾਂ ਆਪਣੀ ਕੰਪਨੀ ਨੂੰ ਸਟਾਕ ਮਾਰਕੀਟ ਤੇ ਚੜਾ ਦਿਓ ਤੇ ਆਟੋਮੈਟਿਕਲੀ ਆਪਣੇ ਕੋਲ ਪੈਸਾ ਆ ਜਾਵੇਗਾ, ਪਰ ਭਾਈ ਇਹੋ ਜਿਹਾ ਕੁਝ ਨਹੀਂ ਹੈ। ਕੋਈ ਵੀ ਐਰੀ ਗੈਰੀ ਕੰਪਨੀ ਆ ਕੇ ਸਟਾਕ ਮਾਰਕੀਟ ਤੇ ਲਿਸਟ ਨਹੀਂ ਹੋ ਸਕਦੀ। ਜੇ ਕੋਈ ਵੀ ਕੰਪਨੀ ਆਪਣੇ ਆਪ ਨੂੰ ਸਟਾਕ ਮਾਰਕੀਟ ਤੇ ਲਿਸਟ ਕਰਵਾਉਣਾ ਚਾਹੁੰਦੀ ਹੈ, ਜਿਵੇਂ ਇਸ ਐਗਜ਼ਾਮਪਲ ਵਿੱਚ ਗੁਰਨਾਮ ਲਿਮਿਟਿਡ, ਤਾਂ ਉਸ ਨੂੰ ਸਭ ਤੋਂ ਪਹਿਲਾਂ ਜਾਣਾ ਪਵੇਗਾ ਸੈਬੀ ਦੇ ਕੋਲ। ਹੁਣ ਸੈਬੀ ਕੀ ਹੈ? ਸੈਬੀ ਹੈ ਸਿਕਿਉਰਿਟੀਜ਼ ਐਕਸਚੇਂਜ ਬੋਰਡ ਆਫ ਇੰਡੀਆ। ਜਿਵੇਂ ਸਾਰੇ ਟੈਲੀਕਾਮ ਆਪਰੇਟਰਾਂ ਨੂੰ ਮੈਨੇਜ ਕਰਨ ਲਈ ਇੱਕ ਰੈਗੂਲੇਟਰੀ ਬੋਡੀ ਹੈ ਟਰਾਈ, ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ, ਇਸੇ ਤਰ੍ਹਾਂ ਸੈਬੀ ਵੀ ਇੱਕ ਰੈਗੂਲੇਟਰੀ ਬੋਡੀ ਹੈ। ਜਿੰਨੀਆਂ ਵੀ ਕੰਪਨੀਆਂ ਸ਼ੇਅਰ ਮਾਰਕੀਟ ਤੇ ਲਿਸਟਡ ਹਨ ਉਹਨਾਂ ਨੂੰ ਮੈਨੇਜ ਕਰਦੀ ਹੈ ਤੇ ਉਹਨਾਂ ਤੇ ਨਿਗਰਾਨੀ ਰੱਖਦੀ ਹੈ ਸੈਬੀ, ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਸਕੈਮ ਜਾਂ ਫਰੋਡ ਨਾ ਹੋ ਸਕੇ। ਤੇ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਸ਼ੇਅਰ ਮਾਰਕੀਟ ਦੇ ਪੂਰੇ ਸਿਸਟਮ ਦੇ ਉੱਤੇ ਜੋ ਬੋਸ ਹੈ ਉਹ ਸੈਬੀ ਹੈ। ਕੋਈ ਵੀ ਕੰਪਨੀ ਬਿਨਾਂ ਸੈਬੀ ਦੀ ਪ੍ਰਵਾਨਗੀ ਤੋਂ ਨਾ ਤਾਂ ਸ਼ੇਅਰ ਮਾਰਕੀਟ ਦੇ ਵਿੱਚ ਲਿਸਟ ਹੋ ਸਕਦੀ ਹੈ ਤੇ ਨਾ ਹੀ ਆਪਣੇ ਸ਼ੇਅਰ ਕੱਢ ਸਕਦੀ ਹੈ। ਤੇ ਹੁਣ ਜਿਵੇਂ ਗੁਰਨਾਮ ਲਿਮਿਟਿਡ ਸਟਾਕ ਮਾਰਕੀਟ ਤੇ ਲਿਸਟ ਹੋਣਾ ਚਾਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਉਸ ਨੂੰ ਰੈੱਡ ਹੈਰਿੰਗ ਪ੍ਰੋਸਪੈਕਟਸ ਨਾਂ ਦਾ ਇੱਕ ਡਾਕੂਮੈਂਟ ਤਿਆਰ ਕਰਨਾ ਪਵੇਗਾ ਤੇ ਉਸ ਨੂੰ ਲੈ ਜਾਣਾ ਪਵੇਗਾ ਸੈਬੀ ਦੇ ਕੋਲ। ਹੁਣ ਆ ਰੈੱਡ ਹੈਰਿੰਗ ਪ੍ਰੋਸਪੈਕਟਸ ਕੀ ਹੈ? ਆ ਇੱਕ ਤਰ੍ਹਾਂ ਦੀ ਜਨਮ ਕੁੰਡਲੀ ਹੈ ਕੰਪਨੀ ਦੀ, ਕਿ ਕੰਪਨੀ ਕਿੱਥੋਂ ਸ਼ੁਰੂ ਹੋਈ, ਕਿੰਨੇ ਬੰਦੇ ਹਨ, ਆਪਣੀ ਕੁਆਲੀਫਿਕੇਸ਼ਨ ਕੀ ਹੈ, ਤੇ ਸ਼ੇਅਰ ਇਸ਼ੂ ਕਰਕੇ ਜੋ ਪੈਸਾ ਕੰਪਨੀ ਇਕੱਠਾ ਕਰੇਗੀ ਉਸ ਨੂੰ ਕਿੱਥੇ ਲਾਵੇਗੀ, ਪੂਰਾ ਵੇਰਵਾ ਤਿਆਰ ਕਰਕੇ ਦਿੱਤਾ ਜਾਂਦਾ ਹੈ ਸੈਬੀ ਨੂੰ। ਤੇ ਫਿਰ ਸੈਬੀ ਪੂਰੀ ਜਾਂਚ ਪੜਤਾਲ ਕਰਦਾ ਹੈ ਕਿ ਅਸਲ 'ਚ ਆ ਕੰਪਨੀ ਸਹੀ ਹੈ ਵੀ ਜਾਂ ਨਹੀਂ, ਇਸ ਨੂੰ ਸਟਾਕ ਮਾਰਕੀਟ ਤੇ ਲਿਸਟ ਕਰਨਾ ਚਾਹੀਦਾ ਹੈ ਜਾਂ ਨਹੀਂ। ਤੇ ਪੂਰੀ ਤਰ੍ਹਾਂ ਵੈਰੀਫਾਈ ਕਰਨ ਤੋਂ ਬਾਅਦ ਸੈਬੀ ਕੰਪਨੀ ਨੂੰ ਸਟਾਕ ਮਾਰਕੀਟ ਤੇ ਲਿਸਟ ਕਰਵਾਉਣ ਦੀ ਪ੍ਰਵਾਨਗੀ ਦਿੰਦੀ ਹੈ। ਤੇ ਐਵੇਂ ਹੀ ਨਹੀਂ ਕੋਈ ਕੰਪਨੀ ਸਟਾਕ ਮਾਰਕੀਟ ਤੇ ਲਿਸਟ ਹੋ ਜਾਂਦੀ। ਇਸ ਵਿੱਚ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦਾ ਸਮਾਂ ਲੱਗਦਾ ਹੈ, ਜਦ ਜਾ ਕੇ ਸੈਬੀ ਤੋਂ ਪ੍ਰਵਾਨਗੀ ਮਿਲਦੀ ਹੈ। ਸੈਬੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਹੁਣ ਗੁਰਨਾਮ ਲਿਮਿਟਿਡ ਜਾਊਗੀ ਸਟਾਕ ਐਕਸਚੇਂਜ ਵਿੱਚ। ਹੁਣ ਸਟਾਕ ਐਕਸਚੇਂਜ ਕੀ ਹੈ? ਸਟਾਕ ਐਕਸਚੇਂਜ ਇੱਕ ਸਥਾਨ ਹੈ ਜਿੱਥੇ ਕੰਪਨੀਆਂ ਦੇ ਸ਼ੇਅਰਸ ਨੂੰ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਆਪਾਂ ਕਹਿ ਸਕਦੇ ਹਾਂ ਕਿ ਕੰਪਨੀ ਅਤੇ ਜਨਤਾ ਦੇ ਵਿਚਕਾਰ ਸਟਾਕ ਐਕਸਚੇਂਜ ਇੱਕ ਤਰ੍ਹਾਂ ਦੇ ਵਿਚੋਲੇ ਦੀ ਤਰ੍ਹਾਂ ਦਾ ਕੰਮ ਕਰਦਾ ਹੈ। ਸਟਾਕ ਐਕਸਚੇਂਜ ਵਿੱਚੋਂ ਅਸੀਂ ਦੋ ਮਾਰਕੀਟਸ ਕੱਢ ਸਕਦੇ ਹਾਂ, ਪ੍ਰਾਇਮਰੀ ਮਾਰਕੀਟ ਅਤੇ ਸੈਕੰਡਰੀ ਮਾਰਕੀਟ। ਪ੍ਰਾਇਮਰੀ ਮਾਰਕੀਟ ਉਹ ਹੁੰਦੀ ਹੈ ਜਿੱਥੇ ਕੰਪਨੀ ਪਹਿਲੀ ਵਾਰ ਆ ਕੇ ਆਪਣੇ ਸ਼ੇਅਰ ਵੇਚਦੀ ਹੈ, ਜਿਸ ਨੂੰ ਅਸੀਂ ਆਈਪੀਓ ਵੀ ਕਹਿੰਦੇ ਹਨ। ਇਸ ਵਿੱਚ ਕੰਪਨੀ ਡਿਸਾਈਡ ਕਰਦੀ ਹੈ ਕਿ ਉਹ ਆਪਣੇ ਇੱਕ ਸ਼ੇਅਰ ਦੀ ਕੀਮਤ ਕਿੰਨੀ ਰੱਖਣਾ ਚਾਹੁੰਦੀ ਹੈ। ਤੇ ਇੱਕ ਵਾਰ ਜੇ ਕੰਪਨੀ ਆਪਣੇ ਸ਼ੇਅਰ ਵੇਚ ਦਿੰਦੀ ਹੈ ਤੇ ਹੁਣ ਜਿਨ੍ਹਾਂ ਨੇ ਵੀ ਉਸ ਕੰਪਨੀ ਦੇ ਸ਼ੇਅਰ ਖਰੀਦੇ ਸਨ ਉਹ
ਅੱਗੇ ਹੋਰ ਲੋਕਾਂ ਨੂੰ ਹੀ ਉਹ ਸ਼ੇਅਰ ਖਰੀਦਦੇ ਅਤੇ ਵੇਚਦੇ ਰਹਿੰਦੇ ਹਨ। ਤੇ ਆਹ ਸਭ ਹੁੰਦਾ ਹੈ ਸੈਕੰਡਰੀ ਮਾਰਕੀਟ ਦੇ ਅੰਡਰ। ਹੁਣ ਸੈਕੰਡਰੀ ਮਾਰਕੀਟ ਦੇ ਅੰਡਰ ਕੰਪਨੀ ਦਾ ਆਪਣੀ ਸ਼ੇਅਰ ਦੀਆਂ ਕੀਮਤਾਂ ਤੇ ਕੋਈ ਕੰਟਰੋਲ ਨਹੀਂ ਹੁੰਦਾ। ਲੋਕ ਆਪਸ ਵਿੱਚ ਹੀ ਉਹਨਾਂ ਸ਼ੇਅਰਾਂ ਨਾਲ ਖੇਲਦੇ ਰਹਿੰਦੇ ਹਨ। ਲਗਭਗ ਹਰ ਦੇਸ਼ ਵਿੱਚ ਆਪਣੇ ਸਟਾਕ ਐਕਸਚੇਂਜਿਸ ਹੁੰਦੇ ਹਨ ਤੇ ਭਾਰਤ ਵਿੱਚ ਵੀ ਦੋ ਮੇਨ ਸਟਾਕ ਐਕਸਚੇਂਜ ਹਨ, BSE ਬੰਬੇ ਸਟਾਕ ਐਕਸਚੇਂਜ ਅਤੇ NSE ਨੈਸ਼ਨਲ ਸਟਾਕ ਐਕਸਚੇਂਜ। ਬੰਬੇ ਸਟਾਕ ਐਕਸਚੇਂਜ ਵਿੱਚ 5000 ਤੋਂ ਜ਼ਿਆਦਾ ਕੰਪਨੀਆਂ ਲਿਸਟਡ ਹਨ ਤੇ ਨੈਸ਼ਨਲ ਸਟਾਕ ਐਕਸਚੇਂਜ ਦੇ ਵਿੱਚ 1600 ਤੋਂ ਜ਼ਿਆਦਾ ਕੰਪਨੀਆਂ ਲਿਸਟਡ ਹਨ। ਹੁਣ ਇੰਨੀ ਸਾਰੀਆਂ ਕੰਪਨੀਆਂ ਸਟਾਕ ਐਕਸਚੇਂਜ ਵਿੱਚ ਰਜਿਸਟਰਡ ਹਨ ਤੇ ਜੇ ਅਸੀਂ ਓਵਰਆਲ ਵੇਖਣਾ ਚਾਹੁੰਦੇ ਹਨ ਕਿ ਇੱਕ ਸਟਾਕ ਐਕਸਚੇਂਜ ਵਿੱਚ ਜਿੰਨੀਆਂ ਵੀ ਕੰਪਨੀਆਂ ਹਨ ਉਹਨਾਂ ਦੇ ਸ਼ੇਅਰਸ ਉੱਤੇ ਜਾ ਰਹੇ ਨੇ ਜਾਂ ਥੱਲੇ ਜਾ ਰਹੇ ਹਨ, ਉਸ ਲਈ ਦੋ ਇੰਡੈਕਸ ਬਣਾਏ ਗਏ ਹਨ, ਸੈਂਸੈਕਸ ਅਤੇ ਨਿਫਟੀ। ਸੈਂਸੈਕਸ ਬੰਬੇ ਸਟਾਕ ਐਕਸਚੇਂਜ ਦੀਆਂ ਟੌਪ 30 ਕੰਪਨੀਆਂ ਦਾ ਇੱਕ ਐਵਰੇਜ ਟ੍ਰੈਂਡ ਦਿਖਾਉਂਦਾ ਹੈ ਕਿ ਐਵਰੇਜ ਆਊਟ ਕਰਕੇ ਉਹਨਾਂ ਸਾਰੀ ਕੰਪਨੀਆਂ ਦੀਆਂ ਸ਼ੇਅਰ ਦੀਆਂ ਕੀਮਤਾਂ ਉੱਤੇ ਜਾ ਰਹੀਆਂ ਹਨ ਜਾਂ ਫਿਰ ਥੱਲੇ ਜਾ ਰਹੀਆਂ ਹਨ। ਸੈਂਸੈਕਸ ਨੂੰ ਵੇਖ ਕੇ ਹੀ ਅਸੀਂ ਬੰਬੇ ਸਟਾਕ ਐਕਸਚੇਂਜ ਦਾ ਹਾਲ ਜਾਣ ਸਕਦੇ ਹਾਂ। ਤੇ ਇਸੇ ਤਰ੍ਹਾਂ ਨਿਫਟੀ ਨੈਸ਼ਨਲ ਪਲੱਸ 50 ਨੈਸ਼ਨਲ ਸਟਾਕ ਐਕਸਚੇਂਜ ਦੀ ਟੌਪ 50 ਕੰਪਨੀਆਂ ਦੇ ਸ਼ੇਅਰਸ ਦਾ ਐਵਰੇਜ ਟ੍ਰੈਂਡ ਦਿਖਾਉਂਦਾ ਹੈ ਨਿਫਟੀ। ਇਸ ਤਰ੍ਹਾਂ ਤੁਸੀਂ ਸਿਰਫ ਸੈਂਸੈਕਸ ਅਤੇ ਨਿਫਟੀ ਨੂੰ ਵੇਖ ਕੇ ਹੀ ਬੰਬੇ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਹਾਲ ਜਾਣ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਕਿ ਕਿਸੇ ਵੀ ਕੰਪਨੀ ਦੇ ਸ਼ੇਅਰ ਦੀਆਂ ਕੀਮਤਾਂ ਉੱਪਰ ਅਤੇ ਥੱਲੇ ਕਿਵੇਂ ਹੁੰਦੀਆਂ ਹਨ। ਮਤਲਬ ਜੇ ਤੁਸੀਂ ਅੱਜ 1000 ਰੁਪਇਆ ਕਿਸੇ ਕੰਪਨੀ 'ਚ ਲਾਉਂਦੇ ਹੋ ਤਾਂ ਉਹ ਕੱਲ ਨੂੰ 2000 ਹੋਵੇਗਾ ਜਾਂ 500 ਹੋਵੇਗਾ, ਡਿਸਾਈਡ ਕੌਣ ਕਰਦਾ ਹੈ ਕਿ ਸ਼ੇਅਰ ਦੀ ਕੀਮਤ ਉੱਤੇ ਹੋਵੇਗੀ ਜਾਂ ਥੱਲੇ ਹੋਵੇਗੀ। ਤਾਂ ਆਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਹਨ ਡਿਮਾਂਡ ਅਤੇ ਸਪਲਾਈ ਰੂਲ ਤੇ। ਮੰਨ ਲਓ ਇੱਕ ਕੰਪਨੀ ਹੈ, ਉਸਦੇ ਸ਼ੇਅਰ ਦੀ ਡਿਮਾਂਡ ਬਹੁਤ ਜ਼ਿਆਦਾ ਹੈ, ਮਤਲਬ ਬਹੁਤ ਜ਼ਿਆਦਾ ਲੋਕ ਉਸਦੇ ਸ਼ੇਅਰ ਨੂੰ ਖਰੀਦਣਾ ਚਾਹੁੰਦੇ ਹਨ, ਜਦਕਿ ਉਸ ਸ਼ੇਅਰ ਦੀ ਸਪਲਾਈ ਬਹੁਤ ਘੱਟ ਹੈ, ਘੱਟ ਲੋਕ ਉਸ ਸ਼ੇਅਰ ਨੂੰ ਵੇਚਣਾ ਚਾਹੁੰਦੇ ਹਨ। ਇਸ ਕੇਸ ਵਿੱਚ ਉਸ ਕੰਪਨੀ ਦੇ ਸ਼ੇਅਰ ਦੀ ਕੀਮਤ ਵੱਧ ਜਾਵੇਗੀ। ਤੇ ਇਸੇ ਤਰ੍ਹਾਂ ਜੇ ਕਿਸੇ ਕੰਪਨੀ ਦੇ ਸ਼ੇਅਰ ਦੀ ਡਿਮਾਂਡ ਘੱਟ ਹੈ, ਬਹੁਤ ਘੱਟ ਲੋਕ ਉਸ ਸ਼ੇਅਰ ਨੂੰ ਖਰੀਦਣਾ ਚਾਹੁੰਦੇ ਹਨ, ਉਸ ਕੰਪਨੀ ਦੇ ਸ਼ੇਅਰ ਨੂੰ, ਅਤੇ ਉਸਦੀ ਸਪਲਾਈ ਬਹੁਤ ਜ਼ਿਆਦਾ ਹੈ, ਮਤਲਬ ਜਿਨ੍ਹਾਂ ਕੋਲ ਹੈ ਉਹ ਵੀ ਉਸ ਸ਼ੇਅਰ ਨੂੰ ਵੇਚਣਾ ਚਾਹੁੰਦੇ ਹਨ, ਉਸ ਕੇਸ ਵਿੱਚ ਕੰਪਨੀ ਦੇ ਸ਼ੇਅਰ ਦੀ ਕੀਮਤ ਗਿਰ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਦੇ ਪ੍ਰੋਫਿਟ ਜਾਂ ਲੋਸ ਕਰਕੇ ਵੀ ਕੰਪਨੀ ਦੇ ਸ਼ੇਅਰ ਤੇ ਅਸਰ ਪੈਂਦਾ ਹੈ। ਹੁਣ ਗੱਲ ਕਰਦੇ ਹਾਂ ਕਿ ਤੁਸੀਂ ਕਿਵੇਂ ਸ਼ੇਅਰ ਮਾਰਕੀਟ 'ਚ ਆਪਣਾ ਪੈਸਾ ਲਗਾ ਸਕਦੇ ਹੋ। ਇੰਟਰਨੈਟ ਆਉਣ ਤੋਂ ਪਹਿਲਾਂ ਜੇ ਕੋਈ ਬੰਦਾ ਕਿਸੇ ਕੰਪਨੀ ਦਾ ਸ਼ੇਅਰ ਖਰੀਦਣਾ ਚਾਹੁੰਦਾ ਸੀ ਤਾਂ ਉਸਨੂੰ ਸਟਾਕ ਐਕਸਚੇਂਜ ਵਿੱਚ ਜਾਣਾ ਪੈਂਦਾ ਸੀ, ਪਰ ਅੱਜ ਇੰਟਰਨੈਟ ਆਉਣ ਤੋਂ ਬਾਅਦ ਤੁਸੀਂ ਆਪਣੇ ਮੋਬਾਈਲ ਤੇ ਹੀ ਕਿਸੇ ਵੀ ਕੰਪਨੀ ਦੇ ਸ਼ੇਅਰ ਖਰੀਦ ਅਤੇ ਵੇਚ ਸਕਦੇ ਹੋ। ਤੇ ਇਸ ਲਈ ਤੁਹਾਨੂੰ ਸਿਰਫ 3 ਚੀਜ਼ਾਂ ਦੀ ਲੋੜ ਹੈ। ਤਾਂ ਸਭ ਤੋਂ ਪਹਿਲਾਂ ਤੁਹਾਡਾ ਕਿਸੇ ਵੀ ਬੈਂਕ 'ਚ ਹੋਣਾ ਚਾਹੀਦਾ ਹੈ ਸੇਵਿੰਗ ਅਕਾਊਂਟ, ਦੂਜਾ ਡੀਮੈਟ ਅਕਾਊਂਟ। ਹੁਣ ਆ ਡੀਮੈਟ ਅਕਾਊਂਟ ਕੀ ਹੈ? ਤਾਂ ਦੇਖੋ ਪਹਿਲਾਂ ਕੀ ਹੁੰਦਾ ਸੀ, ਜਦ ਵੀ ਕੋਈ ਬੰਦਾ ਕਿਸੇ ਵੀ ਕੰਪਨੀ ਦਾ ਸ਼ੇਅਰ ਖਰੀਦਦਾ ਸੀ ਤਾਂ ਉਸਨੂੰ ਫਿਜ਼ੀਕਲ ਫਾਰਮ ਦੇ ਵਿੱਚ ਇੱਕ ਸਰਟੀਫਿਕੇਟ ਮਿਲਦਾ ਸੀ, ਜੋ ਇੱਕ ਪ੍ਰੂਫ ਹੁੰਦਾ ਸੀ ਕਿ ਹਾਂ ਇਸ ਬੰਦੇ ਨੇ ਇਸ ਕੰਪਨੀ ਦੇ ਇੰਨੇ ਸ਼ੇਅਰ ਖਰੀਦੇ ਹਨ। ਪਰ ਅੱਜ ਕੱਲ੍ਹ ਕੀ ਹੁੰਦਾ, ਜੇ ਕੋਈ ਵੀ ਬੰਦਾ ਕਿਸੇ ਵੀ ਕੰਪਨੀ ਦਾ ਸ਼ੇਅਰ ਖਰੀਦਦਾ ਹੈ ਤਾਂ ਉਸਨੂੰ ਫਿਜ਼ੀਕਲ ਫਾਰਮ ਦੇ ਵਿੱਚ ਕੋਈ ਸਰਟੀਫਿਕੇਟ ਨਹੀਂ ਮਿਲਦਾ, ਉਸਨੂੰ ਸ਼ੇਅਰ ਮਿਲਦਾ ਹੈ ਡਿਜੀਟਲ ਫਾਰਮ ਦੇ ਵਿੱਚ, ਜੋ ਸਟੋਰ ਹੁੰਦਾ ਹੈ ਉਸਦੇ ਡੀਮੈਟ ਅਕਾਊਂਟ 'ਚ। ਮਤਲਬ ਜਦ ਵੀ ਤੁਸੀਂ ਕਿਸੇ ਕੰਪਨੀ ਦਾ ਸ਼ੇਅਰ ਖਰੀਦਦੇ ਹੋ ਤਾਂ ਉਹ ਜਾ ਕੇ ਸਟੋਰ ਹੁੰਦਾ ਹੈ ਡੀਮੈਟ ਅਕਾਊਂਟ 'ਚ, ਡਿਜੀਟਲ ਫਾਰਮ ਦੇ ਵਿੱਚ। ਤੇ ਤੀਜਾ ਅਕਾਊਂਟ ਹੁੰਦਾ ਹੈ ਟ੍ਰੇਡਿੰਗ ਅਕਾਊਂਟ। ਟ੍ਰੇਡਿੰਗ ਅਕਾਊਂਟ ਚਾਹੀਦਾ ਹੈ ਤੁਹਾਨੂੰ ਸ਼ੇਅਰਸ ਦੀ ਟ੍ਰੇਡਿੰਗ ਕਰਨ ਲਈ। ਤੇ ਆਹ ਤਿੰਨੋਂ ਅਕਾਊਂਟ ਹੁੰਦੇ ਹਨ ਆਪਸ ਵਿੱਚ ਲਿੰਕ। ਤੇ ਹੁਣ ਕੀ ਹੋਵੇਗਾ, ਜਦ ਵੀ ਕੋਈ ਬੰਦਾ ਕਿਸੇ ਵੀ ਕੰਪਨੀ ਦਾ ਸ਼ੇਅਰ ਖਰੀਦੇਗਾ, ਸਭ ਤੋਂ ਪਹਿਲਾਂ ਜੋ ਤੁਹਾਡਾ ਪੈਸਾ ਹੈ ਉਹ ਬੈਂਕ ਅਕਾਊਂਟ ਤੋਂ ਨਿਕਲ ਕੇ ਜਾਂਦਾ ਹੈ ਟ੍ਰੇਡਿੰਗ ਅਕਾਊਂਟ 'ਚ, ਤੇ ਫਿਰ ਉਹ ਪੈਸਾ ਟ੍ਰੇਡਿੰਗ ਅਕਾਊਂਟ ਤੋਂ ਜਿਸ ਵੀ ਬੰਦੇ ਜਾਂ ਕੰਪਨੀ ਤੋਂ ਤੁਸੀਂ ਸ਼ੇਅਰ ਖਰੀਦ ਰਹੇ ਹੋ ਉਸਦੇ ਅਕਾਊਂਟ 'ਚ ਚਲਿਆ ਜਾਂਦਾ ਹੈ। ਤੇ ਜੋ ਸ਼ੇਅਰ ਤੁਸੀਂ ਖਰੀਦਿਆ ਹੈ ਉਹ ਆ ਕੇ ਸਟੋਰ ਹੋ ਜਾਂਦਾ ਹੈ ਡੀਮੈਟ ਅਕਾਊਂਟ 'ਚ। ਇਸੇ ਤਰ੍ਹਾਂ ਜਦ ਤੁਸੀਂ ਸ਼ੇਅਰ ਵੇਚਦੇ ਹੋ ਤਾਂ ਜਿਸ ਬੰਦੇ ਨੂੰ ਤੁਸੀਂ ਸ਼ੇਅਰ ਵੇਚ ਰਹੇ ਹੋ ਉਸ ਬੰਦੇ ਦੇ ਅਕਾਊਂਟ 'ਚ ਪੈਸਾ ਆਉਂਦਾ ਹੈ ਤੁਹਾਡੇ ਟ੍ਰੇਡਿੰਗ ਅਕਾਊਂਟ 'ਚ, ਫਿਰ ਤੁਹਾਡੇ ਟ੍ਰੇਡਿੰਗ ਅਕਾਊਂਟ 'ਚ ਵਾਪਸ ਘੁੰਮ ਫਿਰ ਕੇ ਆ ਜਾਂਦਾ ਹੈ ਤੁਹਾਡੇ ਬੈਂਕ ਅਕਾਊਂਟ 'ਚ, ਤੇ ਉਹ ਸ਼ੇਅਰ ਤੁਹਾਡੇ ਡੀਮੈਟ ਅਕਾਊਂਟ 'ਚੋਂ ਨਿਕਲ ਕੇ ਵਾਪਸ ਚਲਾ ਜਾਂਦਾ ਹੈ ਉਸ ਬੰਦੇ ਦੇ ਕੋਲ ਜਿਸ ਨੂੰ ਤੁਸੀਂ ਉਹ ਸ਼ੇਅਰ ਵੇਚਿਆ ਹੈ। ਤੇ ਆਹ ਸਭ ਕੁਝ ਕਰਨ ਲਈ ਤੁਹਾਨੂੰ ਲੋੜ ਪੈਂਦੀ ਹੈ ਇੱਕ ਬ੍ਰੋਕਰ ਦੀ। ਹੁਣ ਬ੍ਰੋਕਰ ਕੀ ਹੈ? ਬ੍ਰੋਕਰ ਉਹ ਹੁੰਦਾ ਹੈ ਜੋ ਇੱਕ ਕੰਪਨੀ ਅਤੇ ਨਿਵੇਸ਼ਕਾਂ ਨੂੰ ਆਪਸ ਵਿੱਚ ਜੋੜਦਾ ਹੈ ਤੇ ਸ਼ੇਅਰਸ ਦੀ ਬਾਇੰਗ ਐਂਡ ਸੈਲਿੰਗ ਪੋਸੀਬਲ ਕਰਵਾਉਂਦਾ ਹੈ। ਤੁਹਾਡੇ ਲਈ ਬ੍ਰੋਕਰ ਤੁਹਾਡਾ ਬੈਂਕ ਵੀ ਹੋ ਸਕਦਾ ਹੈ, ਕੋਈ ਆਨਲਾਈਨ ਪਲੇਟਫਾਰਮ ਜਾਂ ਫਿਰ ਕੋਈ ਮੋਬਾਈਲ ਐਪ ਵੀ ਹੋ ਸਕਦੀ ਹੈ। ਤੇ ਬਾਈ ਸਟਾਕ ਐਕਸਚੇਂਜਿਸ ਜਿਨ੍ਹਾਂ ਦੀ ਅਸੀਂ ਗੱਲ ਕੀਤੀ ਸੀ, BSE NSE, ਇਹਨਾਂ ਦੀ ਵੀ ਇੱਕ ਆਪਣੀ ਟਾਈਮਿੰਗ ਹੁੰਦੀ ਹੈ। ਆਹ ਨਹੀਂ ਕਿ ਤੁਸੀਂ ਰਾਤ ਨੂੰ 12 ਵਜੇ ਸ਼ੇਅਰ ਖਰੀਦ ਰਹੇ ਹੋ ਜਾਂ ਵੇਚ ਰਹੇ ਹੋ। ਸਵੇਰੇ 9:15 ਤੋਂ ਆਹ ਸਟਾਕ ਐਕਸਚੇਂਜਿਸ ਸ਼ੁਰੂ ਹੁੰਦੇ ਹਨ ਤੇ ਦੁਪਹਿਰੇ 3:30 ਤੱਕ ਆਹ ਚੱਲਦੇ ਹਨ। ਉਸ ਤੋਂ ਬਾਅਦ ਜੋ ਸੈਂਸੈਕਸ ਅਤੇ ਨਿਫਟੀ ਦੀ ਤੁਹਾਨੂੰ ਵੈਲਿਊ ਦਿਖਦੀ ਹੈ ਉਹ ਅਗਲੇ ਦਿਨ ਤੱਕ ਸੇਮ ਰਹਿੰਦੀ ਹੈ।
ਤੇ ਇਸੇ ਟਾਈਮ ਦੇ ਵਿੱਚ ਤੁਹਾਨੂੰ ਸ਼ੇਅਰ ਖਰੀਦਣੇ ਅਤੇ ਵੇਚਣੇ ਹੁੰਦੇ ਹਨ। ਬਾਈ ਸ਼ੇਅਰ ਵੀ ਤੁਸੀਂ ਅਲੱਗ-ਅਲੱਗ ਤਰ੍ਹਾਂ ਨਾਲ ਖਰੀਦ ਸਕਦੇ ਹੋ। ਜਿਸ ਤਰ੍ਹਾਂ ਇੱਕ ਹੁੰਦਾ ਹੈ ਇੰਟਰਾਡੇ। ਇਸ ਵਿੱਚ ਕੀ ਹੁੰਦਾ ਹੈ, ਤੁਹਾਨੂੰ ਇੱਕ ਹੀ ਦਿਨ ਵਿੱਚ ਸ਼ੇਅਰ ਨੂੰ ਖਰੀਦਣਾ ਅਤੇ ਵੇਚਣਾ ਹੁੰਦਾ ਹੈ, ਚਾਹੇ ਤੁਹਾਨੂੰ ਪ੍ਰੋਫਿਟ ਹੋਏ ਜਾਂ ਲੋਸ। ਤੇ ਜੇ ਤੁਸੀਂ ਉਹ ਨਹੀਂ ਵੇਚਦੇ ਹੋ ਤਾਂ ਉਹ ਆਟੋਮੈਟਿਕਲੀ ਜਿਸ ਵੀ ਪ੍ਰਾਈਸ ਤੇ ਸ਼ੇਅਰ ਕਲੋਜ਼ ਹੋਵੇਗਾ ਉਸ ਤੇ ਉਹ ਆਟੋਮੈਟਿਕਲੀ ਵਿਕ ਜਾਂਦਾ ਹੈ। ਤੇ ਦੂਸਰੀ ਟਾਈਪ ਦਾ ਸ਼ੇਅਰ ਹੁੰਦਾ ਹੈ ਡਿਲੀਵਰੀ। ਡਿਲੀਵਰੀ ਵਿੱਚ ਜੋ ਤੁਸੀਂ ਸ਼ੇਅਰ ਖਰੀਦੇ ਹੋ ਤੁਹਾਡੇ ਡੀਮੈਟ ਅਕਾਊਂਟ 'ਚ ਪਿਆ ਰਹਿੰਦਾ ਹੈ ਤੇ ਉਹ ਤੁਹਾਡੀ ਮਰਜ਼ੀ ਹੈ ਉਸ ਨੂੰ ਤੁਸੀਂ ਕਦ ਵੇਚਣਾ ਚਾਹੁੰਦੇ ਹੋ। ਜਦ ਤੱਕ ਤੁਸੀਂ ਉਸ ਨੂੰ ਨਹੀਂ ਵੇਚਦੇ ਹੋ ਤੁਹਾਡੇ ਡੀਮੈਟ ਅਕਾਊਂਟ 'ਚ ਪਿਆ ਰਹਿੰਦਾ ਹੈ। ਹੁਣ ਗੱਲ ਕਰਦੇ ਹਾਂ ਕਿ ਤੁਹਾਨੂੰ ਸ਼ੇਅਰ ਮਾਰਕੀਟ 'ਚ ਪੈਸਾ ਲਗਾਉਣਾ ਚਾਹੀਦਾ ਹੈ ਜਾਂ ਨਹੀਂ। ਜ਼ਿਆਦਾਤਰ ਲੋਕ ਇਸ ਦੀ ਤੁਲਨਾ ਜੂਏ ਨਾਲ ਕਰਦੇ ਹਨ ਕਿਉਂਕਿ ਇਸ ਵਿੱਚ ਇੰਨਾ ਜ਼ਿਆਦਾ ਰਿਸਕ ਹੈ ਤੇ ਅਸਲ 'ਚ ਇਹੋ ਜਿਹਾ ਹੈ ਵੀ। ਕਿਉਂਕਿ ਜੇ ਤੁਹਾਨੂੰ ਨਹੀਂ ਪਤਾ ਕਿ ਜਿਸ ਕੰਪਨੀ 'ਚ ਪੈਸਾ ਤੁਸੀਂ ਲਗਾ ਰਹੇ ਹੋ ਉਹ ਕਿਸ ਟਾਈਪ ਦੀ ਹੈ, ਹੁਣ ਤੱਕ ਉਸ ਦਾ ਕਿਹੋ ਜਿਹਾ ਪ੍ਰਦਰਸ਼ਨ ਰਿਹਾ ਹੈ, ਉਸ ਦਾ ਫਾਈਨੈਂਸ਼ੀਅਲ ਰਿਕਾਰਡ ਕੀ ਹੈ, ਉਸ ਤੇ ਕਿੰਨਾ ਕਰਜ਼ਾ ਹੈ, ਉਹ ਕੰਪਨੀ ਅੱਗੇ ਜਾ ਕੇ ਵਧੇਗੀ ਵੀ ਜਾਂ ਨਹੀਂ। ਇਸ ਤਰ੍ਹਾਂ ਜੇ ਤੁਸੀਂ ਬਿਨਾਂ ਕਿਸੇ ਕੰਪਨੀ ਦਾ ਰਿਕਾਰਡ ਦੇਖੇ ਉਸ ਵਿੱਚ ਪੈਸਾ ਲਗਾਉਂਦੇ ਹੋ ਤਾਂ ਉਹ ਇੱਕ ਤਰ੍ਹਾਂ ਦਾ ਜੂਆ ਖੇਲਣ ਵਰਗਾ ਹੀ ਹੈ ਤੇ ਇਹੋ ਜਿਹਾ ਤੁਹਾਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ। ਤੁਹਾਨੂੰ ਨੌਲੇਜ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਵੀ ਕੰਪਨੀ 'ਚ ਤੁਸੀਂ ਪੈਸਾ ਲਗਾਉਂਦੇ ਹੋ ਕਿ ਉਹ ਕੰਪਨੀ ਉਸ ਪੈਸੇ ਨੂੰ ਕਿੱਥੇ ਲਗਾਵੇਗੀ। ਜਿਵੇਂ ਜੇ ਤੁਸੀਂ ਕਿਸੇ ਬੰਦੇ ਨੂੰ 500 ਰੁਪਏ ਦਿੰਦੇ ਹੋ ਤਾਂ ਤੁਸੀਂ ਉਸ ਨੂੰ ਪੁੱਛਦੇ ਹੋ ਕਿ ਬਾਈ 500 ਰੁਪਏ ਕਿੱਥੇ ਖਰਚ ਕੀਤੇ। ਇਸੇ ਤਰ੍ਹਾਂ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਜਿਸ ਵੀ ਕੰਪਨੀ 'ਚ ਤੁਸੀਂ ਪੈਸਾ ਲਗਾ ਰਹੇ ਹੋ ਕੰਪਨੀ ਪੈਸਾ ਕਿੱਥੇ ਲਗਾਵੇਗੀ। ਇਸ ਲਈ ਤੁਸੀਂ ਕੰਪਨੀ ਦੀ ਵੈਬਸਾਈਟ ਤੇ ਜਾ ਕੇ ਉਸ ਦਾ RHP ਪੜ੍ਹ ਸਕਦੇ ਹੋ। ਉਸ ਤੋਂ ਤੁਹਾਨੂੰ ਥੋੜੀ ਬਹੁਤੀ ਨੌਲੇਜ ਹੋਵੇਗੀ ਕਿ ਕੰਪਨੀ ਤੁਹਾਡਾ ਪੈਸਾ ਕਿੱਥੇ ਲਾਵੇਗੀ। ਇਸ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਸੈਕਟਰ ਅੱਗੇ ਜਾ ਕੇ ਗਰੋ ਹੋਵੇਗਾ ਜਾਂ ਨਹੀਂ। ਇਸ ਤੋਂ ਇਲਾਵਾ ਮੇਰੀ ਰਾਏ ਵਿੱਚ ਤੁਹਾਨੂੰ ਕਦੇ ਵੀ ਡਾਇਰੈਕਟ ਸ਼ੇਅਰ ਮਾਰਕੀਟ 'ਚ ਪੈਸਾ ਨਹੀਂ ਲਗਾਉਣਾ ਚਾਹੀਦਾ। ਇਸ ਤੋਂ ਵਧੀਆ ਜੇ ਤੁਹਾਨੂੰ ਪੈਸਾ ਲਗਾਉਣਾ ਹੀ ਹੈ ਤਾਂ ਤੁਸੀਂ ਮਿਊਚੁਅਲ ਫੰਡਸ ਵਿੱਚ ਲਗਾ ਸਕਦੇ ਹੋ। ਮਿਊਚੁਅਲ ਫੰਡਸ ਦਾ ਪੈਸਾ ਤਾਂ ਆਂਦਾ ਵੀ ਸ਼ੇਅਰ ਮਾਰਕੀਟ ਦੇ ਵਿੱਚ ਹੀ ਹੈ। ਮਿਊਚੁਅਲ ਫੰਡਸ ਅਤੇ ਸ਼ੇਅਰ ਮਾਰਕੀਟ ਦੇ ਵਿੱਚ ਫਰਕ ਸਿਰਫ ਇੰਨਾ ਹੈ ਕਿ ਸ਼ੇਅਰ ਮਾਰਕੀਟ ਦੇ ਵਿੱਚ ਤੁਸੀਂ ਖੁਦ ਡਿਸਾਈਡ ਕਰਦੇ ਹੋ ਕਿ ਕਿਸ ਕੰਪਨੀ 'ਚ ਤੁਸੀਂ ਪੈਸਾ ਲਗਾਉਣਾ ਚਾਹੁੰਦੇ ਹੋ, ਜਦਕਿ ਮਿਊਚੁਅਲ ਫੰਡਸ ਦੇ ਵਿੱਚ ਤੁਹਾਡਾ ਪੈਸਾ ਐਕਸਪਰਟਸ ਦੁਆਰਾ ਲਗਾਇਆ ਜਾਂਦਾ ਹੈ। ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਉਹ ਐਕਸਪਰਟਸ ਇੱਕ ਕੰਪਨੀ ਵਿੱਚ ਪੈਸਾ ਨਾ ਲਗਾ ਕੇ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਤੁਹਾਡਾ ਪੈਸਾ ਲਗਾਉਂਦੇ ਹਨ, ਜਿਸ ਵਿੱਚ ਤੁਹਾਡਾ ਪੈਸਾ ਡੁੱਬਣ ਦੇ ਚਾਂਸ ਲਗਭਗ ਨਾ ਦੇ ਬਰਾਬਰ ਹੋ ਜਾਂਦੇ ਹਨ। ਇਸ ਲਈ ਜੇ ਤੁਹਾਨੂੰ ਸ਼ੇਅਰ ਮਾਰਕੀਟ ਦੇ ਬਿਲਕੁਲ ਵੀ ਨੌਲੇਜ ਨਹੀਂ ਹੈ ਤਾਂ ਮਿਊਚੁਅਲ ਫੰਡ ਤੁਹਾਡੇ ਲਈ ਸੇਫ ਅਤੇ ਬੈਸਟ ਆਪਸ਼ਨ ਹੈ। ਤਾਂ ਬਈ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਤੁਹਾਨੂੰ ਸਿੰਪਲ ਤੋਂ ਸਿੰਪਲ ਢੰਗ ਨਾਲ ਸ਼ੇਅਰ ਮਾਰਕੀਟ ਦੀ ਬੇਸਿਕ ਨੌਲੇਜ ਦੇਣਾ ਸੀ। ਉਮੀਦ ਹੈ ਤੁਹਾਨੂੰ ਆ ਵੀਡੀਓ ਵਧੀਆ ਲੱਗਿਆ ਹੋਵੇਗਾ ਤੇ ਜੇ ਹਲੇ ਵੀ ਤੁਹਾਡੇ ਮਨ 'ਚ ਇਸ ਨੂੰ ਲੈ ਕੇ ਕੋਈ ਸਵਾਲ ਹੈ ਤਾਂ ਤੁਸੀਂ ਥੱਲੇ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਐਦਾਂ ਦੀਆਂ ਹੋਰ ਨੌਲੇਜੇਬਲ ਵੀਡੀਓਜ਼ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਆਪਣਾ ਕੀਮਤੀ ਸਮਾਂ ਕੱਢ ਕੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।